कीर्तन कथा ढाडी नूं जिहड़ा ਉਹਨੂੰ ਸਤਿਕਾਰ नहीं दिता जा रहा भी ਇਹਨੂੰ ਢਾਹ ਲਾਈ है क्योंकि ਇਹਨੂੰ कोई लाइक नहीं करता, कोई सुनना नहीं चाहता। और जिथे आपां गल करिए ਲੱਚਰ ਗਾਇਕੀ ਦੀ ਅਸੀਂ ਸਭ ਤੋਂ ਵੱਧ ਕਮੈਂਟ ਕਰਦੇ ਹਾਂ और ਉਹਨਾਂ ਦੇ ਨੇੜੇ ਬਹਿੰਦੇ ਹਾਂ, ਉਹਨਾਂ ਨੂੰ ਪਿਆਰ ਵੀ ਕਰਦੇ ਹਾਂ। ਸਭ ਤੋਂ ਵੱਡਾ ਕਾਰਨ ਇਹੀ ਕਿ ਅੱਜ ਆਉਣ ਵਾਲੇ ਸਮੇਂ ਵਿੱਚ क्योंकि पुरातन समय एक पिंड दे 25-30 सिंह जिहड़े गुरबाणी सिक्ख्या करते सन, कीर्तन सिक्ख्या करते। सब तो वड्डी कमी है कि अज इस सवाल भी यही है हुण आने वाले समय कि अज दा नौजवान जिहड़ा पतित हो रहा कि सिक्खी वाले पासे क्यों नहीं जा रहा। देखो जी ਇਹਦਾ सब तो ਵੱਡਾ ਕਾਰਨ है ਜਿਹੜੀ ਸਾਡੀ ਸੰਗਤ है वो बिल्कुल माड़ी है जी। सब तो ਵੱਧ ਹੁੰਦਾ जी घर तो शुरू ਹੁੰਦਾ क्योंकि पुरातन सिखां दी ਜਿਹੜੀਆਂ ਮਤਾਵਾਂ ਸਨ ਉਹਨਾਂ ਮਤਾਵਾਂ ਦੇ ਕੋਲ ਗੁਰਬਾਣੀ ਬਹੁਤ ਜ਼ਿਆਦਾ ਸੀ। ਜਿਸ ਤਰ੍ਹਾਂ ਬੀਬੀ ਅਮਰੋ ਜੀ ਉਹਨਾਂ ਨੇ ਗੁਰਬਾਣੀ ਪੜ੍ਹੀ ਔਰ ਜਦੋਂ ਆਪਾਂ ਪੜ੍ਹਦੇ ਇਤਿਹਾਸ ਵੀ ਉਹ ਮਧਾਣੀ ਰਿੜਕ ਰਹੇ ਸਨ ਔਰ ਨਾਲ ਨਾਲ ਗੁਰਬਾਣੀ ਉਹਨਾਂ ਨੂੰ ਕੰਠ ਸੀ। ਤੇ ਗੁਰੂ ਅਮਰਦਾਸ ਜੀ ਨੇ ਜਦੋਂ ਉਹਨਾਂ ਦੇ ਕੋਲੋਂ ਬਚਨ ਸੁਣਿਆ ਤਾਂ ਬੜੇ ਖੁਸ਼ ਹੋਏ, ਕਹਿਣ ਲੱਗੇ ਬੇਟਾ ਤੁਸੀਂ ਬੜਾ ਪਿਆਰਾ ਬਚਨ ਕੀਤਾ, ਇੱਕ ਵਾਰੀ ਫੇਰ ਸਰਵਣ ਕਰਾਓ। ਤੇ ਫਿਰ ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਬੇਟਾ ਇਹ ਗੁਰਬਾਣੀ ਕਿਹਨਾਂ ਦੀ ਹੈ ਜਿਹਦੇ ਵਿੱਚ ਇੰਨਾ ਸਕੂਨ ਆ ਰਿਹਾ ਹੈ, ਇੰਨੀ ਸ਼ਾਂਤੀ ਆ ਰਹੀ। ਤੇ ਫਿਰ ਬੀਬੀ ਅਮਰੋ ਨੇ ਬਚਨ ਕੀਤਾ, ਕਹਿਣ ਲੱਗੇ ਜੀ ਇਹ ਗੁਰਬਾਣੀ ਗੁਰੂ ਨਾਨਕ ਸਾਹਿਬ ਦੀ ਹੈ। ਤਾਂ ਉਹਨਾਂ ਨੇ ਬਚਨ ਕੀਤਾ ਵੀ ਜਿਸ ਗੁਰੂ ਦੀ ਗੁਰਬਾਣੀ ਦੇ ਵਿੱਚ ਇੰਨਾ ਰਸ ਹੈ, ਇੰਨਾ ਰਹੱਸ ਹੈ, ਟਿਕਾਊ ਹੈ, ਉਹ ਗੁਰੂ ਕਿਤਨਾ ਟਿਕਾਊ ਵਾਲਾ ਹੋਵੇਗਾ। ਤਾਂ ਫਿਰ ਉਹਨਾਂ ਨੇ ਪੁੱਛਿਆ ਕਿ ਉਹ ਕਿੱਥੇ ਮਿਲਣਗੇ। ਤਾਂ ਫਿਰ ਬੀਬੀ ਅਮਰੋ ਦਾ ਦੂਜਾ ਸਵਾਲ ਸੀ ਕਿ ਉਹ ਇਸ ਵਕਤ ਆਪਣੀ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਟਿਕਾ ਚੁੱਕੇ ਨੇ। ਔਰ ਇਸ ਤਰ੍ਹਾਂ ਆਪਾਂ ਇਸਲਾਮ ਦੀ ਦੁਨੀਆ 'ਚ ਵਿੱਚ ਗਏ ਬਾਬਾ ਫਰੀਦ ਸਾਹਿਬ, ਉਹਨਾਂ ਦੇ ਜਿਹੜੇ ਮਾਤਾ ਸੀ ਜਿਨ੍ਹਾਂ ਦਾ ਨਾਮ ਸੀ ਮਰੀਮ, ਉਹਨਾਂ ਨੂੰ 5 ਨਮਾਜ਼ਾਂ ਜਿਹੜੀਆਂ ਸਨ ਉਹਨਾਂ ਨੂੰ ਯਾਦ ਸਨ ਔਰ ਰੋਜ਼ ਰੂਟੀਨ ਦੇ ਵਿੱਚ 5 ਨਮਾਜ਼ਾਂ ਅਦਾ ਕਰਿਆ ਕਰਦੇ ਸਨ। ਤਾਂ ਬਾਬਾ ਫਰੀਦ ਸਾਹਿਬ 6 ਸਾਲਾਂ ਦੇ ਸਨ ਤੇ ਉਹਨਾਂ ਨੇ ਪੁੱਛਿਆ ਕਿ ਅੰਮੀ ਜਾਂ ਕਿ ਤੁਸੀਂ ਕੀ ਪੜ੍ਹਦੇ ਹੋ ਰੋਜ਼। ਤਾਂ ਉਹਨਾਂ ਦੀ ਮਾਂ ਨੇ ਆਖਿਆ, ਕਹਿਣ ਲੱਗੇ ਬੇਟਾ ਮੈਂ ਨਮਾਜ਼ ਪੜ੍ਹਦੀ ਹਾਂ। ਜਿਸ ਤਰ੍ਹਾਂ ਅੱਜ ਤਰਕ ਦਾ ਸਵਾਲ ਉੱਠਦਾ ਔਰ ਦੂਜਾ ਸਵਾਲ ਕੀਤਾ ਸੀ ਫਰੀਦ ਸਾਹਿਬ ਨੇ ਕਿ ਅੰਮੀ ਨਮਾਜ਼ ਕਿਉਂ ਪੜ੍ਹਦੇ ਹੋ, ਜਿੱਦਾਂ ਆਪਾਂ ਕਹੀਏ ਗੁਰਬਾਣੀ ਕਿਉਂ ਪੜ੍ਹਦੇ ਆ, ਗੁਰਬਾਣੀ ਕੀ ਹੈ। ਔਰ ਉਹ ਕਹਿਣ ਲੱਗੇ ਵੀ ਤੁਸੀਂ ਗੁਰਬਾਣੀ ਨਮਾਜ਼ ਜਿਹੜੀ ਕਿਉਂ ਪੜ੍ਹਦੇ ਹੋ। ਤਾਂ ਉਹਨਾਂ ਦੀ ਅੰਮੀ ਨੇ ਜਵਾਬ ਦਿੱਤਾ, ਬੇਟਾ ਨਮਾਜ਼ ਪੜ੍ਹਨ ਨਾਲ ਖੁਦਾ ਮਿਲ ਜਾਂਦਾ ਹੈ। ਹੁਣ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਆਪਣੇ ਬੱਚੇ ਪੁੱਛਦੇ ਨੇ ਜੀ, ਜੇ ਪੁੱਛਣ ਵੀ ਗੁਰਬਾਣੀ ਪੜ੍ਹਿਆ ਕੀ ਮਿਲਦਾ ਤਾਂ ਆਪਾਂ ਕਹਾਂਗੇ ਗੁਰੂ ਨਾਨਕ ਸਾਹਿਬ। ਇਹਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਅੱਜ ਦਾ ਜਿਹੜਾ ਮਾਂ ਬਾਪ ਹੈ ਉਹ ਆਪਣੇ ਬੱਚੇ ਨੂੰ ਸਿੱਖਿਆ ਦੇਣ ਦੇ ਵਿੱਚ ਕਿਤੇ ਨਾ ਕਿਤੇ ਕਮੀ ਮਹਿਸੂਸ ਬਿਲਕੁਲ ਜੀ ਕਮੀ ਮਹਿਸੂਸ ਕਰ ਰਿਹਾ ਹੈ। ਕੀ ਸੁਨੇਹਾ ਸੁਣਨ ਵਾਲਿਆਂ ਨੂੰ ਫਿਰ? ਔਰ ਮਾਵਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿਉਂਕਿ ਆਪ ਜੁੜੀਏ, ਆਪ ਗੁਰੂ ਘਰ ਆਈਏ, ਬੱਚਿਆਂ ਨੂੰ ਲਿਆਈਏ, ਆਪ ਗੁਰਬਾਣੀ ਪੜ੍ਹੀਏ। ਜੇ ਸਾਨੂੰ ਆਪ ਹੀ ਨਹੀਂ ਗੁਰਬਾਣੀ ਬਾਰੇ ਕੋਈ ਨੌਲੇਜ ਤਾਂ ਫਿਰ ਅਸੀਂ ਬੱਚਿਆਂ ਨੂੰ ਕਿੱਥੋਂ ਦੇਵਾਂਗੇ। ਹੁਣ ਸਭ ਤੋਂ ਵੱਡੀ ਗੱਲ ਇਤਿਹਾਸ ਦੇ ਵਿੱਚ ਆਪਾਂ ਪੜ੍ਹੀ ਦੀ ਹੈ ਕਿ ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੇ ਜੀਵਨ ਤੇ ਅੱਜ ਤਰਕ ਉੱਠ ਪੈਂਦੀ ਹੈ ਕਿ ਉਹ 13 ਮੀਲ ਸੀਸ ਤੋਂ ਬਿਨਾਂ ਕਿੱਦਾਂ ਤੁਰ ਗਏ। ਔਰ ਉਹਨਾਂ ਦੀ ਰੂਹਾਨੀਅਤ ਜਦੋਂ ਬੈਕ ਆਪਾਂ ਵੇਖਾਂਗੇ ਤਾਂ ਉਹਦੇ ਵਿੱਚ ਇਤਿਹਾਸ ਕਹਿੰਦਾ ਵੀ ਜਦੋਂ ਆਪਣੀ ਮਾਤਾ ਦੇ ਪੇਟ ਵਿੱਚ ਪ੍ਰਵੇਸ਼ ਕੀਤੇ ਸਨ ਨਾ ਤਾਂ ਉਹਨਾਂ ਦੀ ਮਾਤਾ ਜੀਵਨ ਕੌਰ ਜੀ ਦਾ ਨਿਤਨੇਮ ਸੀ ਆਪਣਾ ਤਾਂ ਸੀ, ਉਹਨਾਂ ਨੇ ਡਬਲ ਨਿਤਨੇਮ ਕਰਤਾ। ਜਿਸ ਤਰ੍ਹਾਂ ਆਪਾਂ ਅੱਜ ਦਾ ਮੌਜੂਦਾ ਹਾਲਾਤ ਵੇਖੀਏ, ਡਾਕਟਰ ਸਾਹਿਬ ਇਹ ਗੱਲ ਕਹਿੰਦੇ ਕਿ ਜੋ ਮਾਂ ਦੀ ਖੁਰਾਕ ਹੈ ਉਹ ਬੱਚੇ ਤੱਕ ਪਹੁੰਚਦੀ ਹੈ। ਤਾਂ ਉਹਨਾਂ ਨੇ ਇਹ ਵਚਨ ਕੀਤਾ, ਕਹਿਣ ਲੱਗੇ ਭਾਈ ਭਗਤਾ ਜੀ, ਉਹ ਕਹਿੰਦੇ ਵੀ ਤੁਸੀਂ ਅੱਗੇ ਨਿਤਨੇਮ ਜਿਹੜਾ 5 ਬਾਣੀਆਂ ਹੁਣ 10 ਬਾਣੀਆਂ ਕਿਉਂ ਕਰਦੇ ਹੋ। ਤਾਂ ਉਸ ਮਾਂ ਦਾ ਜਵਾਬ ਸੀ, ਕਹਿਣ ਲੱਗੇ ਅਸੀਂ ਅੱਗੇ 1 ਸੀ ਹੁਣ ਅਸੀਂ 2 ਹਾਂ। ਇਸ ਕਰਕੇ ਜਿੱਥੇ ਰੂਹਾਨੀਅਤ ਦੀ ਗੱਲ ਕਰੀਏ ਵੀ ਜਿਹਨੂੰ ਪੇਟ ਦੇ ਵਿੱਚ ਹੀ ਡਬਲ ਨਿਤਨੇਮ ਦੀ ਬਖਸ਼ਿਸ਼ ਮਿਲ ਜਾਵੇ ਉਹਦਾ ਭਵਿੱਖ ਚੰਗਾ, ਕਿਉਂਕਿ ਜਿਸ ਬੂਟੇ ਦਾ ਪਿਛੋਕੜ ਜਿਹੜਾ ਆਰੰਭਤਾ ਸੋਹਣੀ ਉਹ ਬੂਟਾ ਤਾਂ ਫਲ ਦੇਵੇਗਾ ਹੀ। ਅੱਜ ਸਾਡੀਆਂ ਮਾਤਾਵਾਂ ਜਿਹੜੀਆਂ ਨੇ ਕਿਉਂਕਿ ਜਦੋਂ ਪ੍ਰਮਾਤਮਾ ਇਹ ਰੱਬੀ ਬੱਚੇ ਦੀ ਦਾਤ ਦਿੰਦਾ ਹੈ ਉਹ ਗੁਰਬਾਣੀ ਬਿਲਕੁਲ ਨਹੀਂ ਪੜ੍ਹਦੇ, ਉਹ ਮੋਬਾਈਲ ਦੇ ਉੱਤੇ ਫਿਲਮਾਂ ਵੇਖਦੇ ਹੈ, ਨਾਟਕ ਵੇਖਦੇ ਹੈ, ਗੇਮਾਂ ਖੇਡਦੇ ਹੈ ਔਰ ਜਿਹਦਾ ਸਿੱਧਾ ਅਸਰ ਜਿਹੜਾ ਹੈ ਉਹ ਬੱਚੇ ਦੇ ਉੱਤੇ ਪੈ ਰਿਹਾ ਹੈ। ਤੇ ਆਉਣ ਵਾਲੇ ਸਮੇਂ 'ਚ ਬੱਚਾ ਜਿਹੜਾ ਹੈ ਉਸੇ ਤਰ੍ਹਾਂ ਦਾ ਹੋ ਰਿਹਾ ਜਿਸ ਤਰ੍ਹਾਂ ਗੁਰਬਾਣੀ ਦੀ ਪੰਕਤੀ ਹੈ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਕਦਾਰ। ਕਿ ਜਿਸ ਤਰ੍ਹਾਂ ਦਾ ਆਪਾਂ ਨੂੰ ਭੋਜਨ ਮਿਲੇਗਾ ਆਪਣਾ ਸਰੀਰ ਜਿਹੜਾ ਹੈ ਉਸੇ ਤਰ੍ਹਾਂ ਹੀ ਅੱਗੇ ਜਾ ਕੇ ਵਧਣਾ ਕਰੇਗਾ। ਸੋ ਇਸ ਕਰਕੇ ਉਹਨਾਂ ਦਾ ਪਿਛੋਕੜ ਜਿਹੜਾ ਸੀ ਮਾਤਾਵਾਂ ਦਾ, ਉਹਨਾਂ ਕੋਲ ਸੇਵਾ ਔਰ ਸਿਮਰਨ ਸੀ। ਅੱਜ ਸਾਡੀਆਂ ਮਾਤਾਵਾਂ, ਮੈਂ ਮਾਫੀ ਚਾਹਣਾ ਹੈ ਮਾਰੇ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿਤ ਜਮੈਰਾ ਜਾਣ, ਪਰ ਕਿਤੇ ਨਾ ਕਿਤੇ ਅਸੀਂ ਗਲਤੀ ਕਰ ਰਹੇ ਕਿਉਂਕਿ ਸਭ ਤੋਂ ਵੱਡੀ ਰੱਬ ਦੀ ਮੋਹਰ ਹੈ ਜਿਹੜੀ ਉਹ ਮਾਤਾਵਾਂ ਵੀ ਤੇ ਭਾਈ ਵੀ ਮਿਟਾ ਰਹੇ ਨੇ। ਔਰ ਇਹ ਸਭ ਤੋਂ ਵੱਡੀ ਮੋਹਰ ਜੇ ਪੁੱਛਿਆ ਜਾਵੇ ਅੱਜ 9 ਨਾਥ 52 ਵੀਰ 84 ਸਿੱਧ 33 ਕਰੋੜ ਦੇਵੀ ਦੇਵਤਾ ਜੋ ਗੁਰਬਾਣੀ ਅਨੁਸਾਰ ਮੰਨਿਆ ਹੈ, ਇਹ ਸਾਰੇ ਕੇਸਾਧਾਰੀ ਹੋਏ ਨੇ ਕਿਉਂਕਿ ਕੇਸ ਰੱਬ ਦੀ ਮੋਹਰ ਹੈ। ਔਰ ਅੱਜ ਦੇ ਸਮੇਂ 'ਚ ਵੇਖਿਆ ਜਾਵੇ ਤਾਂ ਮਾਈ ਵੀ ਤਾਂ ਭਾਈ ਦੋਨੋਂ ਕੇਸ ਰੱਖ ਕੇ ਰਾਜੀ ਨਹੀਂ ਹੈ। ਔਰ ਇਹ ਰੱਬ ਦਾ ਬਹੁਤ ਵੱਡਾ ਗਿਫਟ ਹੈ ਜਿਹਦੇ ਬਦਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣਾ ਸਾਰਾ ਜਿਹੜਾ ਕੁਨਬਾ ਉਹਨੂੰ ਸ਼ਹੀਦ ਕਰਾ ਦਿੱਤਾ ਗਿਆ। ਔਰ ਅਜੇ ਤੱਕ ਇਹਨਾਂ ਦਾ ਸਵਾਲ ਕਿਸੇ ਨੇ ਨਹੀਂ ਦਿੱਤਾ ਕਿ ਇਹ ਜਿਹੜੇ ਕੇਸ ਨੇ ਇਹ ਬਖਸ਼ਿਸ਼ ਧੁਰਦੀ ਹੈ
कई बार ये भी सवाल उठ पैंदा है भी ਜਿਹੜੇ सिख ने वो हिंदुओं ਵਿੱਚੋਂ पैदा होए ने। यही गल महापुरख संत बाबा जरनैल सिंह ने की सी भी एक 3 मातावां इकट्ठियां कर लियो। मेरे ख्याल मेरी तो उम्र इन्नी नहीं, संत मस्कीन सिंह जी का वचन है भी एक इस्लाम की माँ लै लो, एक हिंदू माँ ते एक सिख माँ, तिन्ने मावां लियाओ जिन्हां दे रब ने दात देनी बच्चे दी, और उन्हां बच्चियां नूं एक कमरे दे विच बंद करो और लगातार 15 साल उन्हां नूं तुसीं टॉर्च नहीं करना, छेड़ना नहीं। जदों 15 साल बाद विच कमरे दे कढोगे ते जो उस परमात्मा दा आपां नूं हुक्म जिहड़ा मिलेगा वो आपां मन्नांगे। और जदों तिन्ने बच्चे हिंदू इस्लाम ते सिख जिहड़ा बाहर कढे गए वो तिन्ने केसाधारी सी। उन्हें क्या भी सवाल दिओ भी कौन ने, कहंदे सिख। वो कहंदे फिर जिहड़ा मुसलमान वो सुन्नत करदा है, हिंदू मुंडन करदा है, सिख तां कुछ भी नहीं करदा। ये तां जिस तरह परमात्मा ने बनाया उसे तरह दा ही ਬਣਿਆ है। सो सब तो वड्डी गल जिहड़ी है आप दी बहुत धन्नवादी असीं आप दियां दे जिन्हां ने बड़े सोहणे सवाल कीते ने। और लोड़ भी है कि अज मीडिया दे विच मातावां तक ये वचन पहुँचे कि बाबा फरीद साहब दी माँ ने बाबे फरीद साहब नाल कुछ मिठे वचन कीते सी, बेटा नमाज दे विच खुदा है। ते अगों दूजा सवाल फरीद साहब दा कितना सोहना अज दे समय अनुसार, वो कहंदे खुदा की करदा, खुदा की करदा है, रब किथे है, खुदा की करदा है। तो उन्होंने माँ ने आख्या बेटा खुदा जो मंगीए वो देंदा है। तो बाबा फरीद साहब कहंदे भी जे मैं कुछ मंगा तो देणगे, वो कहंदे बिल्कुल देणगे। कहंदे बेटा तुसीं की मंगोगे, कहंदे मैं तो शक्कर खाऊंगा। उन्होंने शक्करगंज भी इतिहास में आख्या जाता बाबा फरीद साहब नूं। तो उन्होंने माँ का वड्डा योगदान सी भी जदों उन्होंने नमाज पढ़नी अखां मीट के बैठ जाना तो उन्होंने माँ ने छोटी जी एक पुड़ी दे विच शक्कर बन के ते उन्होंने मसाले दे थले रख देनी और उन्होंने छक के बड़े खुश होना। इस तरह एक दिन रस आउंदियां आउंदियां जदों सच्चा इश्क जिन्हों कहंदे है, क्योंकि अज आपां सीधा कहने जी रब किथे है, रब हैगा ते दीदा क्यों नहीं। किसी फकीर नूं किसी ने सवाल किया, वो कहंदा तुसीं रब पाया है, कहंदे पाया है, मेरे कोल है। वो कहंदे मैनूं दिखाओ। अज का सवाल भी इहो भी रब किथे है। तो उन्होंने क्या कहन लगे भी इदा नहीं बेटा दिखा सकते असीं। कहंदे दिखाओ। उन्होंने कोई छोटा जिहा डंडा सी, उन्होंने उसकी लत्त ते मारिया, सवाल करने वाले की लत्त ते जदों डंडा मारिया गया तो रोन लग पिया। वो कहंदे भी तुहानूं की होया, तुसीं रोंदे क्यों है? वो कहंदे मेरे दर्द बहुत ज़्यादा हो रहा। वो कहंदे भी दर्द हो रहा, सानूं तां दिसदा नहीं है, तुसीं दर्द दिखा दिओ। कहंदे भी मैं रो रहा, मैनूं दर्द हो रहा, मैं किस तरह विखावां? फकीर कहन लगा तुसीं हुणे 5 मिनट पहलां कहा सी जे रब है तो दिखाओ, रब किथे है? जे तुसीं सानूं कह सकदे भी रब दिखाओ, असीं कहने दर्द दिखाओ। सानूं कि तुसीं रो रहे हो, तड़फ रहे, सानूं तां नहीं पता, सानूं दर्द विखाओ किहो जिहा हुंदा है। उस करके वो कहंदा भी दर्द विखाया नहीं, महसूस किया जा सकता है। इस तरह रब का विषय है कि रब जिहड़ा है जिहड़ा प्रेम करदा, बंदगी करदा, उन्हें पालिया है। जिस तरह ब्रह्म ज्ञानी भाई लालू जी जिन्हां दा जोड़ मेला चल रहा है, जिथे अज आपां टिके हाँ, इन्हां महापुरखां नूं किड्डी वड्डी बख्शिश सी इन्हां दी बंदगी कमाई विच कि 22 मंजियां पूरे पंजाब की धरती ते गुरु अमरदास जी ने बख्शियां, जिन्हां विच सब तो पहली मंजी जिहड़ी है वो डल्ले नगर दे भाई पारो जी परमहंस और दूजी मंजी ब्रह्म ज्ञानी भाई लालू जी जिन्हां दी याद विच अज बेअंत संगतां जोड़ मेला मना रहीआं हन। सो ये विषय है जी आत्मिक रस का जी। हाँ जी, मैं अज तुहाडा लास्ट सवाल लेना, वैसे तो वही लास्ट सीगा, पर मैं सवाल बनता कि SGPC जिहड़ा इत्थे मेला करा रही है, जिहड़ा हर साल मेला कराउंदी, वो कदों ते किन्नी तरीक नूं होना? देखो जी हर साल जिहड़ा ज़्यादा तां जे आपां दुनियावी तौर पर वेखीए जिहड़ी अंग्रेजी तरीक है, अंग्रेजी कैलेंडर है, वो तां बदल जाता जी। और जिस तरह माता दमोदरी साहब का विआह पुरब है वो 22 भादों का संगतां दे विच प्रचलित है। एक हुंदी मर्यादा, एक हुंदी रस्म। रस्म जिहड़ी है वो आपां कदों मर्जी बदल सकते हैं क्योंकि रस्मां अपनियां है। मर्यादा जिहड़ी वो गुरु साहिब दी है और जिहड़ी मर्यादा तौर पर लईए ते गुरमुखी दे विच ते अपना सिखां दा जिहड़ा असली मुद्दा है वो है 12 माह माह दी बाणी, जिहड़ा 12 महीनों ना गुरमुखी दे विच गुरु साहिब ने सानूं जोड़िया है। और अज 100 दे विचों कोई 10% इस चीज़ ते चलदे जी, जो गुरु दे सानूं 12 महीने दिते, बाकी सारे जिहड़े अंग्रेजी ईसाई ईश्वर उहदे उत्ते चलिया जांदा है। और इसे कारण ही जिहड़ा चक्कर बन रहा है, क्योंकि जे अंग्रेजी तरीक नूं वेख्या जाए तो वध घट जाती है। और इस तरह जे ये सारा पुरातन अगे भी कई बार मैं तो चलो थोड़े समय तो ड्यूटी ज्वाइन की है, कई बार गुरमुख प्यारे पुरातन दसदे भी अगे भी ये मस्सिया जिहड़ियां 2 हो जांदियां ने। और इस तरह ही हुंदा है कि पिछली मनाई जाती है और पहली जिहड़ी है उन्होंने नहीं मनाया जाता, पर संगतां पहली ते पहुँच जांदियां ने। इस करके जो असू की मस्सिया करके ये बहुत प्रचलित है। और असू की मस्सिया के कारण कुछ क्योंकि पुरातन जिहड़ा साडे देश विच गुरु नानक साहब ने बड़ा यतन किया
क्योंकि महाराज के पिता जी बारे भी आउंदा है कि उन्होंने श्राद्ध कराने चाहे तो गुरु नानक साहब जी कहते भी जीए पितर ना माने को मूए श्राद्ध कराई भी जिउंदियां असीं माता पिता का ध्यान नहीं करते तो मरिया तो फिर की फायदा सेवा करन दा। पर गुरु नानक साहब ने ये जगत में छिक्का मार के सानू इन्हां अंध विश्वासां चों कढ़िया है। पर फिर भी जो किते ना किते अज भी इस दुनिया दे विच वेख्या जावे तां जिहड़े बहुत गिनती विच लोग ने वो इन्हां चीज़ां दे नाल जुड़े होए ने, जिस कारण करके ये जिहड़ी अस्सू दी मस्या श्राद्धां दे नाल जुड़ी होण करके पहली मस्या ज़्यादा भर चुकी है। जी बहुत बहुत धन्यवाद भाई सुखदेव सिंह, शुक्रिया। वाहिगुरू जी का खालसा वाहिगुरू। ये सन भाई सुखदेव